नमस्कार। देश दुनिया एसडीटी प्राइम देख रहे ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਆ ਪ੍ਰੋਗਰਾਮ ਹਾਜ਼ਰ ਹਾਂ ਇਨਸਾਈਡ ਖਬਰ। ਇਨਸਾਈਡ ਖਬਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅਸੀਂ ਖਬਰਾਂ ਲੈਂਦੇ ਆ ਜਿਹੜੀਆਂ ਸੁਰਖੀਆਂ ਬਣੀਆਂ ਹੁੰਦੀਆਂ ਨੇ ਅਖਬਾਰਾਂ ਦੀਆਂ ਤੇ ਉਹਨਾਂ ਤੇ ਚਰਚਾ ਕਰਦੇ ਆ। ਤੇ ਅੱਜ ਜਿਹੜੀ ਸੁਰਖੀ ਬਣੀ ਹੈ ਅਖਬਾਰ ਦੀ ਉਹ ਦੋਸਤੋ ਹਰੇਕ ਅਖਬਾਰ ਦੇ ਵਿੱਚ ਇੱਕੋ ਹੀ ਸੁਰਖੀ ਹੈ। 5 ਰਾਜਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਉਹਨਾਂ ਦੇ ਐਲਾਨੇ ਗਏ ਨਤੀਜੇ ਤੇ ਨਤੀਜਿਆਂ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ TMC ਦੀ ਭਾਰੀ ਜਿੱਤ। ਇਹ ਬੜੀ ਸੁਰਖੀ ਬਣੀ ਹੋਈ ਹੈ ਹਰੇਕ ਅਖਬਾਰ ਦੀ। ਰਾਣਾ ਜੀ ਗੱਲ ਅੱਜ ਅਸੀਂ ਇਸੇ ਤੇ ਹੀ ਕਰਨੀ ਹੈ, ਸਿਰਫ ਚਰਚਾ ਵਿੱਚ ਆਪਾਂ ਇਹੀ ਲੈ ਕੇ ਆਉਣਾ ਹੈ ਕਿਉਂਕਿ ਬਹੁਤ ਸਾਰੇ ਮੁੱਦੇ ਨਵੇਂ ਜਿਹੜੇ ਹੈ ਉਹ ਇਸ ਜਿੱਤ ਨੇ ਬਣਾਏ ਆ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹ ਚੋਣ ਲੜੀ ਗਈ ਸੀਗੀ। ਪਹਿਲੀ ਗੱਲ ਇਹ ਹੈ ਵੀ ਵਧਾਈ ਤਾਂ ਬਣਦੀ ਹੈ TMC ਨੂੰ ਦੇਣੀ। ਨਹੀਂ, ਤੁਹਾਡੀ ਗੱਲ ਠੀਕ ਹੈ ਕਿ ਇਲੈਕਸ਼ਨ ਤਾਂ ਸੀ 5 ਰਾਜਾਂ 'ਚ ਜੀ, ਪਰ ਜਿਹੜੀ ਸੁਰਖੀ ਬਣੀ ਹੈ ਉਹ ਬੰਗਾਲ ਦੀ ਬਿਲਕੁਲ। ਤੇ ਵਧਾਈ ਤਾਂ ਚਲੋ ਬਣਦੀ ਹੀ ਹੈ, ਉਹ ਤਾਂ ਮੋਦੀ ਸਾਹਿਬ ਨੇ ਵੀ ਦੇ ਦਿੱਤੀ ਵਧਾਈ, ਕੱਲ੍ਹ ਹੀ ਦੇ ਦਿੱਤੀ ਸੀ। ਜੀ ਜੀ। ਪਰ ਇਹ ਜਿਹੜੀ ਬੰਗਾਲ ਦੀ ਚੋਣ ਹੈ ਇਹ ਸੁਰਖੀ ਇਸ ਕਰਕੇ ਹੈ ਕਿ ਐਪੀ ਸੈਂਟਰ ਜਿਹੜਾ ਸਾਰਾ ਸੀ ਭਾਰਤੀ ਜਨਤਾ ਪਾਰਟੀ ਦਾ, ਜਿਹੜੀ ਕਿ ਕੇਂਦਰ 'ਚ ਸੱਤਾਰੂੜ ਪਾਰਟੀ ਹੈ, ਉਹਦਾ ਸਾਰਾ ਬੰਗਾਲ 'ਤੇ ਸੀ। ਬਿਲਕੁਲ। ਤੇ ਇਸ ਕਰਕੇ ਜਿਹੜਾ ਹੈ ਉਹ ਸੁਰਖੀ ਆ ਜਿਹੜੀ ਹੈ ਉਹ ਮਮਤਾ ਦੀਦੀ ਹੀ ਬਣੀ ਹੈ, ਜਿਹਦੇ ਤੇ ਬੰਗਾਲ ਦੇ ਲੋਕਾਂ ਨੇ ਜਿਹੜੀ ਆਪਣੀ ਮਮਤਾ ਨਿਛਾਵਰ ਕੀਤੀ ਹੈ। ਬਿਲਕੁਲ। ਦੀਦੀ ਉਹ ਦੀਦੀ ਬੜਾ ਮਸ਼ਹੂਰ ਹੋਇਆ ਸੀ, ਦੀਦੀ ਉਹ ਦੀਦੀ ਜਾਂ ਖੇਲਾ ਬੜਾ ਮਸ਼ਹੂਰ ਹੋਇਆ ਸੀ। ਲੇਕਿਨ ਹੁਣ ਇਸ ਖੇਲੇ ਨੇ ਜਿਹੜਾ ਰਿਜ਼ਲਟ ਲੈ ਕੇ ਆਇਆ ਉਹਦੇ ਵਿੱਚ ਇੱਕ ਤਰ੍ਹਾਂ ਦਾ ਦੱਸ ਦਿੱਤਾ ਹੈ ਵੀ ਦੀਦੀ ਸੱਚਮੁੱਚ ਬੰਗਾਲ ਦੀ ਦੀਦੀ ਹੈ। ਕਿਉਂਕਿ ਬੰਗਾਲ ਦੀ ਅਗਰ ਅਸੀਂ ਚੋਣਾਂ ਦੇ ਉੱਤੇ ਜੋ ਹੁਣ ਤੱਕ ਦੇ ਨਤੀਜੇ ਨੇ ਉਹਨਾਂ 'ਤੇ ਗੱਲ ਕਰੀਏ ਤਾਂ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਹਦੇ ਮੁਤਾਬਕ 213 ਸੀਟਾਂ ਜਿਹੜੀਆਂ TMC ਨੇ ਜਿੱਤੀਆਂ, 77 ਸੀਟਾਂ ਜਿਹੜੀਆਂ BJP ਦੇ ਹਿੱਸੇ 'ਚ ਆਈਆਂ ਤੇ ਬਾਕੀ ਜਿਹੜੀਆਂ ਹੈ ਕਾਂਗਰਸ ਲੈਫਟ ਦੇ ਨੂੰ ਛੱਡ ਕੇ, ਕਿਉਂਕਿ ਜ਼ੀਰੋ ਹੈ ਤੇ 2 ਸੀਟਾਂ ਜਿਹੜੀਆਂ ਹੈ ਅਦਰਸ ਦੇ ਹਿੱਸੇ ਆਈਆਂ। ਤੇ ਮੈਂ ਪਹਿਲੇ ਤੁਹਾਡੇ ਨਾਲ ਇਸੇ ਦੀ ਗੱਲ ਕਰਾਂਗਾ, ਵੈਸਟ ਬੰਗਾਲ ਦੀ ਗੱਲ ਕਰਾਂਗਾ ਵੀ ਪਹਿਲੇ ਤਾਂ ਹੈ ਵੀ ਦੀਦੀ ਦੀ ਜਿੱਤ ਨੂੰ ਕਿੱਦਾਂ ਲੈਂਦੇ ਆ। ਦੇਖੋ ਦਾਵੜਾ ਜੀ, ਜਿੱਤ ਨੂੰ ਤੁਸੀਂ ਕਿੱਦਾਂ ਲੈਂਦੇ ਹੋ ਇਹ ਹੈ ਕਿ ਤੁਸੀਂ ਕਿਸ ਨਜ਼ਰੀਏ ਤੋਂ ਜਾਂ ਕਿਸ ਪਾਸੇ ਤੋਂ ਜਾਂ ਕਿਸ ਐਂਡ ਤੋਂ ਜਿਹੜਾ ਹੈ ਦੀਦੀ ਦੀ ਜਿੱਤ ਨੂੰ ਦੇਖਦੇ ਹੋ, ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹਨੂੰ ਕਈ ਹਾਰ ਕਹਿ ਰਹੇ ਆ ਉਸ ਹਾਰ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਜਾਂ ਕਿਸ ਸਿਰੇ ਤੋਂ ਦੇਖਦੇ ਹੋ। ਜੀ, ਪਹਿਲਾਂ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਜੇ ਤਾਂ ਤੁਸੀਂ ਦੇਖਦੇ ਹੋ ਕਿ ਜਿੰਨੀ ਐਨਰਜੀ ਜਿੰਨਾ ਟਾਈਮ ਭਾਰਤੀ ਜਨਤਾ ਪਾਰਟੀ ਨੇ ਬੰਗਾਲ 'ਚ ਇਨਵੈਸਟ ਕੀਤਾ, ਲਗਭਗ ਪਿਛਲੇ 1.5-2 ਸਾਲ ਤੋਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਉੱਥੇ ਤਿਆਰੀ ਕਰ ਰਹੀ ਸੀ ਚੋਣਾਂ ਦੀ। ਬਿਲਕੁਲ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਿਹੜੇ ਹੈ ਵਾਲ ਵਧਾ ਲਏ ਸੀ, ਦਾੜੀ ਵਧਾ ਲਈ ਸੀ, ਤਦ ਵੀ ਕਿਹਾ ਜਾ ਰਿਹਾ ਸੀ ਕਿ ਉਹ ਬੰਗਾਲ ਦੇ ਆਈਕਨ ਰਵਿੰਦਰਨਾਥ ਟੈਗੋਰ ਵਰਗਾ ਦਿਖਣਾ ਚਾਹੁੰਦੇ ਆ, ਕਿਉਂਕਿ ਬੰਗਾਲ 'ਚ ਚੋਣਾਂ ਆ ਗਈਆਂ, ਉੱਥੇ ਆਪਣਾ ਬ੍ਰਾਂਡ ਆਪਣੀ ਇਮੇਜ ਬਣਾਉਣਾ ਚਾਹੁੰਦੇ ਆ। ਇਸ ਕਰਕੇ ਜਿਹੜਾ ਹੈ ਉਹ ਨਰਿੰਦਰ ਮੋਦੀ ਜੀ ਨੇ ਆਪਣਾ ਜਿਹੜਾ ਹੈ ਇਮੇਜ ਚੇਂਜ ਕੀਤਾ। ਬਿਲਕੁਲ। ਕਹਿਣ ਦਾ ਮਤਲਬ ਇਹ ਭਾਰਤੀ ਜਨਤਾ ਪਾਰਟੀ ਬਹੁਤ ਚਿਰ ਤੋਂ ਤਿਆਰੀ ਕਰ ਰਹੀ ਸੀ ਬੰਗਾਲ 'ਚ ਕਿਸੇ ਨਾ ਕਿਸੇ ਤਰ੍ਹਾਂ ਸੱਤਾ 'ਚ ਆਉਣ ਦੀ। ਬਿਲਕੁਲ। ਉਹਦੇ ਕਾਰਨ ਕਈ ਹੈ ਕਿ ਦੇਖੋ, ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਕਿਤੇ ਕਾਓ ਬੈਲਟ ਦੀ ਪਾਰਟੀ ਕਿਹਾ ਜਾਂਦਾ ਸੀ। ਧੁਰ ਦੱਖਣ 'ਚ ਅੱਜ ਵੀ ਜੇ ਅਸੀਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦਾ ਬਹੁਤਾ ਆਧਾਰ ਨਹੀਂ ਹੈ। ਬਿਲਕੁਲ। ਉਹਨੂੰ ਜਿਹੜਾ ਹੈ ਕਰਨਾਟਕਾ 'ਚ ਆਧਾਰ ਮਿਲਿਆ ਸੀ। ਜੀ। 7 ਸਿਸਟਰ ਸਟੇਟਸ ਹੈ ਨਾਰਥ ਈਸਟ 'ਚ, ਉਹਦੇ 'ਚ ਜਿਹੜਾ ਹੈ ਅਸਾਮ 'ਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰ ਪਸਾਰ ਲਏ ਸੀ। ਤ੍ਰਿਪੁਰਾ 'ਚ ਵੀ ਉਹਨਾਂ ਦੀ ਸਰਕਾਰ ਹੈ। ਬਿਲਕੁਲ। ਆ ਜਿਹੜਾ ਗੰਗਾ ਦੇ ਮੈਦਾਨ ਤੋਂ ਅੱਗੇ ਜਾ ਕੇ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਪੈਰ ਜਮਾਣੇ ਭਾਰਤੀ ਜਨਤਾ ਪਾਰਟੀ ਲਈ ਬਹੁਤ ਜ਼ਰੂਰੀ ਸੀ। ਆਪਾਂ ਪਿਛਲੇ ਆਪਣੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਸਾਰੇ ਕਲਚਰਲ ਆਈਕਨ ਜਿਹੜੇ ਹੈ ਉਹ ਆਉਂਦੇ ਆ ਵੈਸਟ ਬੰਗਾਲ ਤੋਂ। ਵਿਵੇਕਾਨੰਦ ਨੂੰ ਲੈ ਲਈਏ, ਸੁਭਾਸ਼ ਚੰਦਰ ਬੋਸ ਨੂੰ ਲੈ ਲਈਏ, ਭਾਵੇਂ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਲਈ ਨਹੀਂ ਹੈ, ਉਹਨਾਂ ਨੂੰ BJP ਨੇ ਮੰਨ ਲਿਆ ਹੈ। ਬਿਲਕੁਲ। ਤੇ ਉਹ BJP ਲਈ ਬਹੁਤ ਜ਼ਰੂਰੀ ਸੀ। ਤੇ ਜਿਸ ਤਰ੍ਹਾਂ ਇਨਰੋਡਸ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਬੰਗਾਲ 'ਚ ਬਣਾ ਰਹੀ ਸੀ, ਅਸੀਂ ਪਿਛਲੀਆਂ ਜੇ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਉਦੋਂ 42 ਚੋਂ 18 ਦੇ ਕਰੀਬ ਜਿਹੜੀਆਂ ਸੀਟਾਂ ਹੈ ਲੋਕ ਸਭਾ ਦੀਆਂ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈਆਂ। ਬਿਲਕੁਲ। ਵੋਟ ਪਰਸੈਂਟੇਜ ਬਹੁਤ ਵਧੀ ਸੀ ਉਸ ਵਕਤ BJP। ਸੋ ਇੰਜ ਲੱਗਦਾ ਸੀ, ਭਾਰਤੀ ਜਨਤਾ ਪਾਰਟੀ ਨੇ ਆਪ ਵੀ ਕਿਹਾ ਸੀ ਇਸ ਵਾਰ 200 ਪਾਰ ਇੱਕ ਆਪਣੇ ਲਈ ਟਾਰਗੇਟ ਸੈੱਟ ਕੀਤਾ ਸੀ। ਬਿਲਕੁਲ। ਸੋ ਜੇ ਉਸ ਟਾਰਗੇਟ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਰ ਹੈ। ਜੇ ਜਿੰਨਾ ਟਾਈਮ ਜਿੰਨੀ એનર્ਜੀ ਭਾਰਤੀ ਜਨਤਾ ਪਾਰਟੀ ਉੱਥੇ ਇਨਵੈਸਟ ਕੀਤੀ ਹੈ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਭਾਰਤੀ ਜਨਤਾ ਪਾਰਟੀ ਦੀ ਹਾਰ ਹੈ। ਤੇ ਜਿਸ ਤਰ੍ਹਾਂ ਇੱਕ ਆਪਣੀ ਪ੍ਰਤਿਸ਼ਠਾ ਦਾ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਜੇ ਆਪਾਂ ਦੋਹਾਂ ਦੀ ਗੱਲ ਕਰੀਏ, ਉਹਨਾਂ ਨੇ ਨਾ ਇਲੈਕਸ਼ਨਾਂ ਨੂੰ ਬਣਾਇਆ ਹੋਇਆ ਸੀ, ਉਹਦੀ ਗੱਲ ਕਰੀਏ ਤਦ ਵੀ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਰ ਹੈ। ਬਿਲਕੁਲ। ਪਰ ਹੁਣ ਮੈਂ ਜਿੱਦਾਂ ਕਿਹਾ ਕਿ ਤੁਸੀਂ ਕਿਸ ਸਿਰੇ ਤੋਂ ਦੇਖਦੇ ਹੋ। ਜੇ ਤੁਸੀਂ ਇਸ ਸਿਰੇ ਤੋਂ ਦੇਖਦੇ ਹੋ, ਜਿਸ ਸਿਰੇ ਤੋਂ ਭਾਰਤੀ ਜਨਤਾ ਪਾਰਟੀ ਦਾ ਕੇਡਰ ਜਾਂ ਹੋਰ ਉਹਦੇ ਸਿੰਪਥਾਈਜ਼ਰ ਦੇਖਦੇ ਆ, ਜੇ ਆਪਾਂ ਉਸ ਸਿਰੇ ਤੋਂ ਦੇਖੀਏ ਕਿ ਤੁਹਾਡੀਆਂ 3 ਸੀਟਾਂ ਸੀ ਜੀ, ਤੁਸੀਂ 3 ਸੀਟਾਂ ਤੋਂ ਅੱਜ ਜਿਹੜੀਆਂ ਹੈ
ਉਹ 75 76 ਦੇ ਕਰੀਬ ਸੀਟਾਂ ਤੇ ਆ ਗਏ। ਕਿੰਨੇ ਪਰਸੈਂਟ ਇਜ਼ਾਫਾ ਹੈ ਤੁਹਾਡੇ ਵੋਟ ਸ਼ੇਅਰ 'ਚ? ਅਸੈਂਬਲੀ ਇਲੈਕਸ਼ਨ ਦੀ ਜੇ ਗੱਲ ਕਰੀਏ ਉਹਦੇ 'ਚ ਵੀ ਇਜ਼ਾਫਾ ਹੋਇਆ ਹੈ। ਬਿਲਕੁਲ। ਤੁਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਬਣ ਗਏ ਹੋ। ਸੋ ਉਸ ਨਜ਼ਰੀਏ ਤੋਂ ਦੇਖੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦਾ ਕੇਡਰ ਤੇ ਬੀਜੇਪੀ ਦੇ ਸਿੰਪਥਾਈਜ਼ਰ ਉਤਸ਼ਾਹਿਤ ਵੀ ਹਨ। ਬਿਲਕੁਲ। ਸੋ ਇਹ ਹੈ, ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ? ਨਜ਼ਰੀਆ ਤਾਂ ਹੋ ਗਿਆ, ਠੀਕ ਹੈ। ਇੱਕ ਤਰ੍ਹਾਂ ਬੀਜੇਪੀ ਵਾਲਿਆਂ ਕੋਲ ਸਿਰਫ ਇਹ ਕਹਿਣ ਨੂੰ, ਖੁਸ਼ੀ ਮਨਾਉਣ ਨੂੰ ਇੰਨਾ ਹੈ ਵੀ ਅਸੀਂ ਪਹਿਲੇ 3 ਸੀਗੇ ਤੇ ਹੁਣ ਅਸੀਂ 77 ਦੇ ਕਰੀਬ ਹੋ ਗਏ ਹਾਂ, ਠੀਕ ਹੈ ਨਾ। ਸਾਡਾ 74 ਦਾ ਇਜ਼ਾਫਾ ਹੋਇਆ, ਕੋਈ ਸ਼ੱਕ ਨਹੀਂ। ਲੇਕਿਨ ਦੂਸਰੇ ਪਾਸੇ ਇਹ ਵੀ ਤਾਂ ਹੈ ਵੀ ਜਦੋਂ ਪਹਿਲੇ ਇਲੈਕਸ਼ਨ ਲੜੇ ਜਾਂਦੇ ਸਨ ਤਾਂ ਉੱਥੇ ਬੀਜੇਪੀ ਦਾ ਸੈਂਟਰ ਕੈਡਰ ਜਿਹੜਾ ਹੁੰਦਾ ਸੀਗਾ ਉਹ ਇੰਨਾ ਐਕਟਿਵ ਨਹੀਂ ਸੀ ਹੁੰਦਾ ਜਿੰਨਾ ਇਸ ਵਾਰ ਐਕਟਿਵ ਸੀਗਾ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਕਈ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਮਤਲਬ ਲੋਕ ਤਾਂ ਕਹਿੰਦੇ ਈਡੀ, CBI, CID, ਸਾਰੇ ਜਿੰਨੀਆਂ ਸੰਸਥਾਵਾਂ ਵੀ ਸੈਂਟਰ ਦੇ ਅੰਡਰ ਸੀਗੀਆਂ ਉਹ TMC ਨੂੰ ਹਰਾਉਣ ਦੇ ਉੱਤੇ ਪ੍ਰਯਤਨਸ਼ੀਲ ਸੀਗੀਆਂ। ਉਹਦੇ ਮੁਤਾਬਕ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਹਾਰ ਹੈ। ਨਹੀਂ, ਮੈਂ ਉਹੀ ਕਿਹਾ ਕਿ ਜਿੰਨੇ ਉਹਨੇ ਇਨਵੈਸਟ ਕੀਤਾ એનર્ਜੀ ਜਾਂ ਟਾਈਮ, ਉਹਦੇ ਹਿਸਾਬ ਨਾਲ ਤਾਂ ਉਹ ਹਾਰ ਹੈ। ਪਰ ਇਹਦੇ 'ਚ ਇੱਕ ਗੱਲ ਹੋਰ ਹੈ ਦਾਵੜਾ ਜੀ, ਜਿੱਦਾਂ ਤੁਸੀਂ ਕਿਹਾ ਕੇਡਰ, ਭਾਰਤੀ ਜਨਤਾ ਪਾਰਟੀ ਕੋਲ ਉੱਥੇ ਆਪਣਾ ਕੋਈ ਕੇਡਰ ਨਹੀਂ ਸੀ। ਜਿੰਨਾ ਹੈ ਉਹ ਜਾਂ ਤਾਂ CPM ਦਾ ਕੇਡਰ ਆਇਆ ਜਾਂ ਤ੍ਰਿਣਮੂਲ ਦਾ ਟੁੱਟ ਕੇ ਕੇਡਰ ਆਇਆ। ਬਿਲਕੁਲ। ਜਦੋਂ ਸ਼ਿਵੇਂਦੂ ਅਧਿਕਾਰੀ ਜਿਨ੍ਹਾਂ ਨੇ ਕਿ ਮਮਤਾ ਬੈਨਰਜੀ ਨੂੰ ਹੁਣ ਸ਼ਿਕਸਤ ਦਿੱਤੀ ਹੈ ਨੰਦੀਗ੍ਰਾਮ 'ਚ, ਉਹ ਆਏ ਸੀ। ਦੇਖੋ ਮਮਤਾ ਬੈਨਰਜੀ ਨਾਲ ਲੜਿਆ ਕਿੱਦਾਂ ਇਲੈਕਸ਼ਨ? ਸ਼ਿਵੇਂਦੂ ਆ ਗਏ, ਸ਼ਿਵੇਂਦੂ ਨੇ ਨੰਦੀਗ੍ਰਾਮ ਤੋਂ ਪੇਪਰ ਫਾਈਲ ਕਰਤੇ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ, ਕਿਉਂਕਿ ਉਹ ਸ਼ਿਵੇਂਦੂ ਮਮਤਾ ਬੈਨਰਜੀ ਦਾ ਰਾਈਟ ਹੈਂਡ ਸੀ, ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਇੱਕ ਗੱਦਾਰੀ ਦੇ ਪਰਸਪੈਕਟਿਵ 'ਚ ਵੀ ਜਿਹੜਾ TMC ਦਾ ਕੇਡਰ ਦੇਖਦਾ ਸੀ। ਬਿਲਕੁਲ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਨਾ ਤੁਹਾਡੇ ਖਿਲਾਫ ਉੱਥੇ ਹੀ ਇਲੈਕਸ਼ਨ ਲੜੂੰਗੀ ਤੇ ਹੋਰ ਕਿਸੇ ਸੀਟ ਤੋਂ ਇਲੈਕਸ਼ਨ ਨਹੀਂ ਲੜੂੰਗੀ। ਬਿਲਕੁਲ। ਪਾਰਟੀ ਦਾ TMC ਕੇਡਰ ਦਾ ਮੋਰਾਲ ਬੂਸਟਅਪ ਹੋ ਗਿਆ। ਇਹਦੇ ਮੁਕਾਬਲੇ ਤੁਸੀਂ ਰਾਹੁਲ ਗਾਂਧੀ ਨੂੰ ਲਓ। ਅਮੇਠੀ ਤੋਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਂ ਤੁਹਾਡੇ ਖਿਲਾਫ ਇਲੈਕਸ਼ਨ ਲੜਨਾ ਹੈ। ਪਾਰਟੀ ਦਾ ਕੇਡਰ ਫਿਜ਼ਲ ਆਊਟ ਹੋ ਗਿਆ ਕਿ ਹੋ ਸਕਦਾ ਰਾਹੁਲ ਗਾਂਧੀ ਹਾਰ ਜਾਣ। ਰਾਹੁਲ ਗਾਂਧੀ ਨੇ ਵਾਇਨਾਡ ਤੋਂ ਵਾਇਨਾਡ ਤੋਂ ਪੈਰਲਲ ਪੇਪਰ ਭਰਤੇ। ਬਿਲਕੁਲ। ਸੋ ਮਮਤਾ ਬੈਨਰਜੀ ਨੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਜੇ ਉਹਨਾਂ ਦਾ ਕੇਡਰ ਸ਼ਿਫਟ ਹੋ ਕੇ ਜਾ ਰਿਹਾ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਬੈਕਫੁੱਟ ਤੇ ਨੇ ਜਾਂ ਉਹ ਡਿਮੋਰਲਾਈਜ਼ ਨੇ। ਸਗੋਂ ਉਹਨਾਂ ਨੇ ਚੋਣਾਂ ਹੋਰ ਵੀ ਹੌਸਲੇ ਨਾਲ ਲੜੀਆਂ, ਜਿਹਦੇ ਨਾਲ ਕੇਡਰ ਉਤਸ਼ਾਹਿਤ ਹੋਇਆ। ਕੈਡਰ ਉਤਸ਼ਾਹਿਤ ਹੋਇਆ। ਦੂਸਰੀ ਗੱਲ ਇਹ ਸੀ ਕਿ ਜਿਸ ਧਰਮ ਦੀ ਰਾਜਨੀਤੀ ਨੂੰ ਲੈ ਕੇ ਬੀਜੇਪੀ ਉੱਥੇ ਗਈ ਸੀਗੀ ਉਹ ਕਿਤੇ ਨਾ ਕਿਤੇ ਨਕਾਰ ਦਿੱਤੀ ਗਈ ਹੈ, ਕਿਉਂਕਿ ਕਿਹਾ ਵੀ ਜਾਂਦਾ ਵੀ ਆਖਰੀ ਦਿਨ ਤੱਕ, ਵੋਟਾਂ ਵਾਲੇ ਦਿਨ ਤੱਕ ਇਹ ਰਾਜਨੀਤੀ ਉੱਤੇ ਹਿੰਦੂ ਮੁਸਲਮਾਨ ਇਹ ਧਰਮ ਦੀ ਰਾਜਨੀਤੀ ਹੁੰਦੀ ਰਹੀ। ਔਰ ਐਨ ਮੌਕੇ ਦੇ ਉੱਤੇ ਜਿਸ ਦਿਨ ਇਲੈਕਸ਼ਨ ਸੀਗਾ, ਖੁਦ ਜਿਹੜੇ ਪ੍ਰਧਾਨ ਮੰਤਰੀ ਹੈ ਬੰਗਲਾਦੇਸ਼ ਜਾ ਕੇ ਆਏ ਤਾਂ ਕਿ ਬੰਗਾਲੀਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ, ਔਰ ਉੱਥੇ ਜਾ ਕੇ ਮੰਦਿਰ ਦੇ ਵਿੱਚ ਪੂਜਾ ਅਰਚਨਾ ਅਰਦਾਸ ਵੀ ਕੀਤੀ। ਇਹ ਗੱਲ ਤੁਹਾਡੀ ਠੀਕ ਹੈ ਕਿ ਪੋਲਰਾਈਜੇਸ਼ਨ ਦੀ ਬੀਜੇਪੀ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਜੇ ਸਾਡਾ, ਕਿਉਂਕਿ ਹਿੰਦੂ ਮੈਜੋਰਿਟੀ ਹੈ ਇਹ ਕੰਟਰੀ ਹੈ, ਸਟੇਟਸ ਵੀ ਜਿਹੜੀਆਂ ਹੈ ਬਹੁਤ ਸਾਰੀਆਂ ਹਿੰਦੂ ਮੈਜੋਰਿਟੀ 'ਚ ਹੈ, ਤੇ ਜੇ ਉਹ ਹਿੰਦੂ ਮੈਜੋਰਿਟੀ ਬੀਜੇਪੀ ਦੇ ਨਾਲ ਕੰਸੋਲੀਡੇਟ ਹੁੰਦੀਆਂ ਤਾਂ ਬੀਜੇਪੀ ਨੂੰ ਹਮੇਸ਼ਾ ਫਾਇਦਾ ਹੁੰਦਾ। ਸੋ ਬੀਜੇਪੀ ਮੁਸਲਿਮ ਹਿੰਦੂ ਦੇ ਆਧਾਰ ਤੇ ਜਿਹੜੀ ਪੋਲਰਾਈਜੇਸ਼ਨ ਦੀ ਗੇਮ ਉਹ ਖੇਡਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਬੰਗਾਲ 'ਚ ਸਥਿਤੀ ਇਸ ਕਰਕੇ ਥੋੜ੍ਹੀ ਜਿਹੀ ਵੱਖਰੀ ਸੀ ਕਿ ਬੀਜੇਪੀ ਜਿੱਤਦੀ ਤਦ ਹੈ ਜੇ ਘੱਟੋ ਘੱਟ 60% ਹਿੰਦੂਜ਼ ਉਹ ਬੀਜੇਪੀ ਨੂੰ ਵੋਟ ਕਰਨ, ਘੱਟੋ ਘੱਟ 60% ਜਾਂ ਉਸ ਤੋਂ ਜ਼ਿਆਦਾ, ਕਿਉਂਕਿ 25% ਉੱਥੇ ਮੁਸਲਮਾਨ ਵੋਟ ਹੈ। ਤੇ ਇਸ ਵੇਲੇ ਮੈਂ ਇਹ ਕਹਿ ਸਕਦਾ ਕਿ ਮੁਸਲਮਾਨ ਵੋਟਰ ਨੇ ਟੈਕਟਫੁਲੀ ਉਹ ਵੋਟਿੰਗ ਕੀਤੀ ਹੈ ਜੀ, ਕਿਉਂਕਿ ਤੁਸੀਂ ਦੇਖਦੇ ਹੋ ਕਿ ਨਾ ਤਾਂ ਕਾਂਗਰਸ ਨੂੰ ਉੱਥੇ ਕੁਝ ਮਿਲਿਆ, ਨਾ ਉੱਥੇ CPM ਨੂੰ ਕੁਝ ਮਿਲਿਆ ਜੀ। ਸਾਰੀ ਵੋਟ ਉਹ TMC ਦੇ ਪਾਲੇ 'ਚ ਚਲ ਗਈ ਜਾਂ ਉਹ ਬੀਜੇਪੀ ਦੇ ਪਾਲੇ ਚਲ ਗਈ। ਦੋਹਾਂ ਦੀ ਪੋਲਰਾਈਜੇਸ਼ਨ ਹੋ ਗਈ। ਤੀਜਾ ਫਰੰਟ ਹੈ ਉੱਥੇ ਬਿਲਕੁਲ ਖਤਮ ਹੋ ਗਿਆ। ਈਵਨ ਜੇ ਅਸੀਂ ਕਹੀਏ ਕਿ ਮੁਸਲਿਮ ਵੋਟ ਨੂੰ ਆਪਣੇ ਹੈਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਨੇ ਅਸਾਦੁਦੀਨ ਓਵੈਸੀ, ਉਹਨਾਂ ਨੂੰ ਵੀ ਕੁਝ ਨਹੀਂ ਹੱਥ ਲੱਗਿਆ। ਜਦੋਂ ਬਿਹਾਰ 'ਚ ਉਹਨਾਂ ਨੂੰ 4 ਸੀਟਾਂ ਮਿਲੀਆਂ ਸੀ ਤਾਂ ਲੱਗਦਾ ਸੀ ਕਿ ਓਵੈਸੀ ਸਾਹਿਬ ਬੰਗਾਲ 'ਚ ਵੀ ਕੁਝ ਕਰਨਗੇ ਜਿਹਦਾ ਬੀਜੇਪੀ ਨੂੰ ਫਾਇਦਾ ਹੋਏਗਾ, ਪਰ ਉਹ ਹੋਇਆ ਨਹੀਂ। ਬਿਲਕੁਲ। ਇੱਕ ਚੀਜ਼ ਹੋਰ ਵੀ ਪੰਜਾਬ ਦੇ ਕਿਸਾਨਾਂ ਨੇ ਜਾ ਕੇ ਉੱਥੇ ਪ੍ਰਚਾਰ ਕੀਤਾ ਸੀ, ਮੋਦੀ ਦੇ ਖਿਲਾਫ ਪ੍ਰਚਾਰ ਕੀਤਾ ਸੀ, ਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਬੰਗਾਲੀਆਂ ਨੇ ਇੰਨੀ ਖੁਸ਼ੀ ਨਹੀਂ ਮਨਾਈ ਜਿੰਨੀ ਪੰਜਾਬੀਆਂ ਨੇ। ਵੀ ਕਹਿੰਦੇ ਨਾ ਬਗਾਨੀ ਸ਼ਾਦੀ 'ਚ ਅਬਦੁੱਲਾ, ਤਾਂ ਮੈਨੂੰ ਲੱਗਦਾ ਵੀ ਉਹੀ ਕੰਮ ਹੋਇਆ ਵੀ ਹੈ ਕਿ ਕਿਸਾਨੀ ਦਾ ਜਾਂ ਕਿਸਾਨ ਅੰਦੋਲਨ ਦਾ ਫਰਕ ਪਿਆ ਇਹਨਾਂ ਚੋਣਾਂ 'ਤੇ। ਨਹੀਂ, ਦੇਖੋ ਕਿਸਾਨ ਅੰਦੋਲਨ ਦਾ ਜਾਂ ਕਿਸਾਨਾਂ ਨੇ ਉੱਥੇ ਜਾ ਕੇ ਪ੍ਰਚਾਰ ਕੀਤਾ, ਉਹ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਫਰਕ ਉੱਥੇ ਪਿਆ ਹੈ ਜੀ। ਉੱਥੇ ਲੜਾਈ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ ਤੇ TMC ਸੀ ਤੇ ਉਹੀ ਰਹੀ ਹੈ। ਕਿਸਾਨ ਅੰਦੋਲਨ ਦਾ ਬਹੁਤਾ ਫਰਕ ਜਾਂ ਕਿਸਾਨਾਂ ਦਾ ਉੱਥੇ ਜਾ ਕੇ ਪ੍ਰਚਾਰ ਕਰਨ ਦਾ ਬਹੁਤਾ ਫਰਕ ਅਸੀਂ ਨਹੀਂ ਦੇਖਦੇ ਹਾਂ। ਖੁਸ਼ੀ ਮਨਾਉਣ ਦੀ ਗੱਲ ਉਹ ਕਿਸਾਨੀ ਬਿੱਲਾਂ ਨੂੰ ਲੈ ਕੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਕਾਨੂੰਨ ਲਿਆਂਦੇ ਆ ਤੇ ਉਹਨਾਂ ਨੂੰ ਜੇ ਸ਼ਿਕਸਤ ਮਿਲੀ ਹੈ ਤਾਂ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਆਪਣੀ ਸਟ੍ਰੈਟਜੀ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕਰੇਗੀ ਕਿ ਇੰਨੇ ਲੋਕ ਸਾਡੇ ਨਾਲ ਨਾਰਾਜ਼ ਹੋ ਰਹੇ ਆ। ਅੱਜ ਬੰਗਾਲ ਚਲਾ ਗਿਆ, ਉਹਨਾਂ ਤੋਂ ਪਹਿਲਾਂ ਮਹਾਰਾਸ਼ਟਰ ਚਲਾ ਗਿਆ। ਜਿਹੜੀਆਂ ਚੋਣਾਂ
ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਹੋਈਆਂ ਸੀ, ਉਹਦੇ 'ਚ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਹਾਰ ਹੋਈ ਸੀ, ਭਾਵੇਂ ਕਿ ਬਾਅਦ 'ਚ ਸਰਕਾਰ ਉਹਨਾਂ ਨੇ ਬਣਾ ਲਈ, ਦਿੱਲੀ 'ਚ ਵੀ ਹਾਰ ਹੋ ਗਈ ਸੀ। ਸੋ ਇੱਦਾਂ ਲੱਗਦਾ ਹੈ ਕਿ ਕਿਸਾਨੀ ਕਿਉਂਕਿ ਇੱਕ ਬਹੁਤ ਵੱਡਾ ਵਰਗ ਹੈ, ਜੇ ਭਾਰਤੀ ਜਨਤਾ ਪਾਰਟੀ ਨੂੰ ਬੰਗਾਲ 'ਚ ਹਾਰ ਹੋਈ ਹੈ ਤਾਂ ਆਪਣੀ ਜਿਹੜੀ ਹੈ ਰਣਨੀਤੀ, ਆਪਣੇ ਕੰਮ ਕਰਨ ਦੇ ਤਰੀਕੇ 'ਚ ਬਦਲਾਅ ਕਰਨਗੇ। ਖੁਸ਼ੀ ਇਸ ਕਰਕੇ ਵੀ ਹੈ। ਗੱਲ ਥੋੜੀ ਜਿਹੀ ਬੰਗਾਲ ਤੋਂ ਹਟ ਕੇ ਇਸ ਤੋਂ ਪਹਿਲਾਂ ਕਿ ਗੱਲ ਕਰੀਏ ਵੀ ਇਹਦਾ ਪੂਰਾ ਸਿਨੈਰੀਓ ਜੋ ਉੱਥੇ ਹੋਇਆ ਇਹਨਾਂ ਇਲੈਕਸ਼ਨਸ ਦੇ ਵਿੱਚ ਕੇਂਦਰ ਪੂਰੇ ਆਪਣੇ ਹਿੰਦੁਸਤਾਨ ਦੀ ਸਥਿਤੀ ਤੇ ਫਰਕ ਪਾਏਗਾ ਜਾਂ ਇਸ ਦੇ ਜੋ ਵੀ ਹੈ ਕੋਈ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕੀ ਹੈਗਾ, ਕੀ ਹੋ ਸਕਦਾ। ਲੇਕਿਨ ਮੈਂ ਤੁਹਾਡੇ ਨਾਲ ਪਹਿਲੇ ਬਾਕੀ ਸਟੇਟਸ ਦੀ ਗੱਲ ਕਰਦਾ, ਆਪਾਂ ਇਹ ਗੱਲ ਕਰਾਂਗੇ, ਲੇਕਿਨ ਮੈਂ ਗੱਲ ਕਰਾਂਗਾ ਵੀ ਜਿਸ ਤਰ੍ਹਾਂ ਅਸਾਮ ਦੇ ਵਿੱਚ ਬੀਜੇਪੀ ਫਿਰ ਬਣੀ ਹੈ, ਉਸੇ ਤਰ੍ਹਾਂ ਹੀ ਕੇਰਲਾ ਦੇ ਵਿੱਚ ਜਿਹੜੀ ਹੈ LDF ਜਿਹੜੀ ਹੈ ਰਿਪੀਟ ਹੋ ਗਈ ਹੈ, ਜਦ ਕਿ ਕਿਹਾ ਜਾਂਦਾ ਵੀ ਉੱਥੇ 5 ਸਾਲ ਬਾਅਦ ਸੱਤਾ ਦੇ ਵਿੱਚ ਪਰਿਵਰਤਨ ਹੁੰਦਾ ਹੈ, ਲੇਕਿਨ ਇਸ ਵਾਰ ਉੱਥੇ ਪਰਿਵਰਤਨ ਨਹੀਂ ਹੋਇਆ। ਇਸੇ ਤਰ੍ਹਾਂ ਹਾਂ ਤਾਮਿਲਨਾਡੂ ਦੇ ਵਿੱਚ ਕਾਂਗਰਸ ਨੇ ਅਲਾਇੰਸ ਕੀਤਾ ਸੀ AIADMK ਨਾਲ, ਉਹ ਜ਼ਰੂਰ ਕਾਮਯਾਬ ਹੋਇਆ ਉੱਥੇ ਸਰਕਾਰ ਬਣਾਉਣ ਦੇ ਵਿੱਚ। ਪਾਂਡੀਚਾਰੀ ਦੇ ਵਿੱਚ ਵੀ ਜਿਹੜੀ ਹੈ ਉਹ ਕਾਂਗਰਸ ਫੇਲ ਹੋ ਗਈ ਹੈ, ਬੈਕਫੁੱਟ ਤੇ ਆ ਗਈ, ਕਿਉਂਕਿ AINRC ਤੇ BJP ਨੇ ਉੱਥੇ ਜਿਹੜੀ ਹੈ ਬਹੁਮਤ ਹਾਸਲ ਕੀਤੀ ਹੈ। ਹੁਣ ਮੈਂ ਤੁਹਾਡੇ ਕੋਲੋਂ ਇਹਨਾਂ ਵੀ ਕਾਂਗਰਸ ਦੀ ਸਥਿਤੀ ਇਹਨਾਂ ਚੋਣਾਂ ਦੇ ਵਿੱਚ ਕਿੱਥੇ ਆ ਗਈ? ਦੇਖੋ, ਕਾਂਗਰਸ ਦੀ ਸਥਿਤੀ ਇਹਨਾਂ ਚੋਣਾਂ ਨੂੰ ਲੈ ਲਈਏ ਅਸੀਂ, ਇਹ ਤੋਂ ਪਿਛਲੇ ਜਿਹੜੇ ਇਲੈਕਸ਼ਨ ਹੋਏ ਉਹਨਾਂ ਚੋਣਾਂ ਨੂੰ ਲੈ ਲਈਏ, ਉਹ ਤੋਂ ਪਿੱਛੇ ਲੈ ਲਈਏ, 2014 ਤੋਂ ਲਗਾਤਾਰ ਕਾਂਗਰਸ ਦਾ ਗ੍ਰਾਫ ਜਿਹੜਾ ਹੈ, ਚਾਹੇ ਉਹ ਨੈਸ਼ਨਲ ਲੈਵਲ ਦੀਆਂ ਚੋਣਾਂ ਹੋਣ ਚਾਹੇ ਉਹ ਸਟੇਟਸ ਲੈਵਲ ਦੀਆਂ ਚੋਣ, ਕਾਂਗਰਸ ਦਾ ਗ੍ਰਾਫ ਲਗਾਤਾਰ ਥੱਲੇ ਜਾ ਰਿਹਾ। ਹੁਣ ਤੁਸੀਂ ਇਹ ਦੇਖੋ, ਕਾਂਗਰਸ ਨੇ ਬਹੁਤ ਚਿਰ ਬੰਗਾਲ 'ਚ ਰਾਜ ਕੀਤਾ, ਬਿਲਕੁਲ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਵੀ ਰਹੀ ਹੈ। ਅੱਜ ਕਾਂਗਰਸ ਦੇ ਹਾਲਾਤ ਉੱਥੇ ਕੀ ਹੈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ। ਕੇਰਲਾ 'ਚ ਕਾਂਗਰਸ ਤੇ ਲੈਫਟ ਫਰੰਟ, ਕਾਂਗਰਸ UDF ਦਾ ਹਿੱਸਾ ਹੈ ਤੇ ਲੈਫਟ ਫਰੰਟ ਹੈ, ਇਹ ਬਾਰੋ-ਬਾਰੀ ਉੱਥੇ ਰਾਜ ਕਰਦੇ ਰਹੇ ਆ। ਬਿਲਕੁਲ ਕਾਂਗਰਸ ਮੇਨ ਪਾਰਟੀ ਹੈ ਉੱਥੇ, UDF ਦਾ ਇੱਕ ਮੇਨ ਕਨਸਟੀਟਿਊਐਂਟ ਹੈ ਉੱਥੇ। ਕਾਂਗਰਸ ਦਾ ਇਸ ਵਾਰ ਕਹਿੰਦੇ ਸੀ ਬਾਰੀ ਸੀ, ਬਿਲਕੁਲ ਉੱਤਰ ਕਾਟੋ ਮੈਚੜਾਂ ਦੇ ਤਹਿਤ ਇਸ ਵਾਰ ਬਾਰੀ ਜਿਹੜੀ ਹੈ ਕਾਂਗਰਸ ਦੀ ਸੀ, ਪਰ ਉੱਥੇ ਜਿਹੜੀ ਹੈ ਪਿਨਰਾਈ ਵਿਜਯਨ ਦੀ ਸਰਕਾਰ ਦੁਬਾਰਾ ਰਿਪੀਟ ਹੋ ਗਈ ਹੈ। ਬਿਲਕੁਲ ਇਹ ਵੀ ਰਾਹੁਲ ਗਾਂਧੀ ਲਈ ਤੇ ਉਹਨਾਂ ਦੀ ਲੀਡਰਸ਼ਿਪ ਲਈ, ਉਹਨਾਂ ਦੇ ਕੰਮਕਾਜ ਕਰਨ ਦੇ ਤਰੀਕੇ ਤੇ ਇੱਕ ਪ੍ਰਸ਼ਨ ਚਿੰਨ੍ਹ ਹੈ, ਜਿਹੜਾ ਪਾਰਟੀ 'ਚ ਬਗਾਵਤੀ ਸੁਰਾਂ ਉੱਠ ਸਕਦੀਆਂ। ਬਿਲਕੁਲ ਤੇ ਇਹਦੇ 'ਚ ਜਿਹੜੇ ਤੁਸੀਂ ਇਲੈਕਸ਼ਨ ਲਏ ਦਾਵਰਾ ਜੀ, ਇਹਨਾਂ 'ਚ ਇੱਕ ਗੱਲ ਹੋਰ ਹੈ ਕਿ ਜਦ ਤੱਕ ਤੁਹਾਡੇ ਕੋਲ ਰੀਜਨਲ ਲੀਡਰ ਨਹੀਂ ਹੈ ਜੀ, ਪਿਨਰਾਈ ਵਿਜਯਨ ਜਿਹੜਾ ਹੈ, ਕਮਿਊਨਿਸਟਾਂ ਦਾ ਦੇਖੋ ਬੰਗਾਲ 'ਚ ਬੁਰਾ ਹਾਲ ਹੋ ਗਿਆ, ਨੈਸ਼ਨਲ ਲੈਵਲ ਤੇ ਉਹਨਾਂ ਦੀ ਪੁੱਛ ਪ੍ਰਤੀਤ ਨਹੀਂ ਹੈ, ਬਹੁਤ ਘੱਟ MP ਹੈ। ਪਰ ਜੇ ਪਿਨਰਾਈ ਵਿਜਯਨ ਕੇਰਲਾ 'ਚ ਜਿੱਤਦਾ ਹੈ, ਉਹ ਆਪਣੇ ਕਰਿਸ਼ਮੇ ਕਰਕੇ, ਆਪਣੇ ਕੰਮਕਾਜ ਕਰਨ ਦੇ ਤਰੀਕੇ ਕਰਕੇ ਜਿੱਤਦਾ। ਉਹਨਾਂ ਦਾ ਕੰਮਕਾਜ ਕਰਨ ਦਾ ਤਰੀਕਾ ਵੱਖਰਾ ਹੈ ਤੇ ਕੋਵਿਡ ਨੂੰ ਜਿੱਦਾਂ ਉਹਨਾਂ ਨੇ ਹੈਂਡਲ ਕੀਤਾ, ਉਹ ਵੀ ਲੋਕਾਂ ਨੇ ਇੱਕ ਤਰ੍ਹਾਂ ਦਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਹੈ ਉਹਨਾਂ ਦੀ ਕਾਬਲੀਅਤ ਦਾ। ਬਿਲਕੁਲ ਜੇ ਤੁਹਾਡੇ ਕੋਲ ਰੀਜਨਲ ਲੀਡਰ ਹੈ ਤਦ ਤੁਸੀਂ ਜਿਹੜਾ ਹੈ ਜਿੱਤ ਸਕਦੇ ਹੋ। ਮੋਦੀ ਤੁਹਾਡੇ ਲਈ ਹਰ ਵੇਲੇ ਵੋਟਾਂ ਨਹੀਂ ਬਟੋਰ ਸਕਦਾ ਕਿ ਉਹ ਮਹਾਰਾਸ਼ਟਰ ਜਾਵੇ ਤੁਹਾਡੇ ਲਈ ਵੋਟਾਂ ਮੰਗੇ, ਉਹ ਰਾਜਸਥਾਨ 'ਚ ਵੀ ਤੁਹਾਡੇ ਲਈ ਵੋਟਾਂ ਮੰਗੇ, ਉਹ ਅਸਾਮ 'ਚ ਵੀ ਲੋਕ ਕਹਿਣ ਕਿ ਤੁਸੀਂ ਮੋਦੀ ਦੇ ਨਾਂ ਨੂੰ ਵੋਟਾਂ ਪਾਓ। ਤੁਹਾਡੇ ਕੋਲ ਰੀਜਨਲ ਲੀਡਰ ਨਹੀਂ ਸੀ, ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜਾ ਬੰਗਾਲ 'ਚ ਕੰਮ ਕੀਤਾ ਹੈ ਤੇ ਹੇਠਾਂ ਵੀ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਛੱਤਰ ਲੀਡਰ ਨੇ, ਪਰ ਇਹ BJP ਦੀ ਬਹੁਤ ਵੱਡੀ ਡਰਾਬੈਕ ਹੈ ਕਿ ਰੀਜਨਲ ਲੀਡਰ ਜਿਹੜੇ ਹੈ ਉਹ ਗਰੂਮ ਨਹੀਂ ਹੋ ਰਹੇ, ਉਹ ਪਣਪ ਨਹੀਂ ਹੋ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਪਾਰਟੀ ਦੀ ਉਸ ਪਾਲਿਸੀ ਦੀ ਉਪਜ ਹੈ ਜਿਹੜੀ ਵਾਜਪੇਈ ਦੀ ਸੀ ਕਿ ਉਹਨਾਂ ਨੇ ਲੀਡਰਾਂ ਨੂੰ ਗਰੂਮ ਕੀਤਾ, ਚਾਹੇ ਉਹ ਪ੍ਰਮੋਦ ਮਹਾਜਨ ਸੀ, ਚਾਹੇ ਅਰੁਣ ਜੇਤਲੀ ਸੀ, ਸੁਸ਼ਮਾ ਸਵਰਾਜ ਸੀ, ਕਿੰਨੇ ਲੀਡਰ ਉਹਨਾਂ ਨੇ ਗਰੂਮ ਕੀਤੇ। ਪਰ ਹੁਣ ਮੋਦੀ ਤੇ ਸ਼ਾਹ ਤੋਂ ਬਿਨਾਂ ਤੀਜਾ ਲੀਡਰ ਨਾਂ ਲੈਣ ਨੂੰ ਤੁਹਾਨੂੰ ਕੋਈ ਮਿਲਦਾ ਨਹੀਂ। ਬਿਲਕੁਲ ਸਹੀ ਗੱਲ। ਇਸੇ ਤਰ੍ਹਾਂ AIADMK ਕਿਉਂਕਿ ਲੋਕਲ ਸੀ, ਲੋਕਲ ਨਾਲ ਕਾਂਗਰਸ ਦਾ ਅਲਾਇੰਸ ਹੋਇਆ ਸੀ, ਤਾਂ ਉਹ ਵੀ ਇਸੇ ਚੱਕਰ ਦੇ ਵਿੱਚ, ਤੇ ਇਸੇ ਤਰ੍ਹਾਂ ਆਸਾਮ ਦੇ ਵਿੱਚ ਵੀ ਦੇਖਿਆ ਜਾਵੇ ਤੇ ਪਾਂਡੀਚੇਰੀ ਦੇ ਵਿੱਚ ਵੀ। ਲੇਕਿਨ ਇੱਕ ਚੀਜ਼ ਆ ਗਈ ਹੈ, ਇਹਦਾ ਮਤਲਬ ਹੈ ਵੀ ਸੱਤਾ ਦਾ ਧੁਰਾ ਜਿਹੜਾ ਹੋ ਗਿਆ ਉਹ ਹੁਣ ਲੋਕਲ ਪਾਰਟੀਆਂ ਹੋ ਗਈਆਂ। ਦੇਖੋ, ਆਉਣ ਵਾਲਾ 2024 'ਚ ਜਿਹੜਾ ਹੈ ਇਲੈਕਸ਼ਨ ਆਉਣਾ ਹੈ ਪਾਰਲੀਮੈਂਟ ਦਾ, ਤੇ ਸਫਬੰਦੀ ਠੀਕ ਹੈ, ਗੱਲ ਹੋਣੀ ਹੈ ਕਿ ਆਪੋਜੀਸ਼ਨ ਹੈ ਯੂਨਾਈਟਿਡ ਹੋਣਾ। ਅੱਜ ਹਰੇਕ ਨੂੰ ਲੱਗਦਾ ਹੈ ਕਿ BJP 70-60s ਵਾਲੀ ਕਾਂਗਰਸ ਬਣ ਗਈ ਹੈ, ਪੈਨ ਇੰਡੀਆ ਪਾਰਟੀ ਹੈ, ਸੈਂਟਰਲਾਈਜ਼ਡ ਕਮਾਂਡ ਹੈ, ਲੀਡਰ ਹੈ, ਬਹੁਤ ਸਟੇਟਾਂ 'ਚ ਸਰਕਾਰ ਹੈ। ਜਿੱਦਾਂ ਕਾਂਗਰਸ ਦੇ ਖਿਲਾਫ ਯੂਨਾਈਟਿਡ ਆਪੋਜੀਸ਼ਨ 77 ਤੋਂ ਬਾਅਦ ਲੜਦੀ ਆ ਰਹੀ ਹੈ, ਅੱਜ BJP ਕਾਂਗਰਸ ਵਾਲੀ ਸਥਿਤੀ 'ਚ ਹੈ ਕਿ ਅੱਜ ਆਪੋਜੀਸ਼ਨ ਨੂੰ ਯੂਨਾਈਟਿਡ ਹੋ ਕੇ ਕੋਈ ਨਾ ਕੋਈ ਆਪਣਾ ਲੀਡਰ, ਕੋਈ ਨਾ ਕੋਈ ਆਪਣੀ ਸਟ੍ਰੈਟਜੀ ਬਣਾਉਣੀ ਹੈ ਜੇ BJP ਨੂੰ ਉਹਨਾਂ ਨੇ ਰੋਕਣਾ ਜਾਂ ਸੱਤਾ ਤੇ ਕਾਬਜ ਆਪੋਜੀਸ਼ਨ ਨੇ ਹੋਣਾ। ਇੱਕ ਚੀਜ਼ ਹੋਰ ਰਾਣਾ ਜਿਹਦੇ 'ਚ ਉੱਠ ਕੇ ਆਈ ਹੈ, ਮਮਤਾ ਬੈਨਰਜੀ ਜੀ। ਮਮਤਾ ਬੈਨਰਜੀ ਬੇਸ਼ੱਕ ਆਪ ਚੋਣ ਹਾਰ ਗਈ ਹੈ, ਲੇਕਿਨ ਉਹਨਾਂ ਦੀ ਪਾਰਟੀ ਜਿੱਤੀ ਔਰ ਉਹਨਾਂ ਦਾ ਕੱਦ ਵਧਿਆ।
ਕਿਉਂਕਿ ਜੋ ਉਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ 200 ਤੋਂ ਵੱਧ ਸੀਟਾਂ ਮੈਂ ਲੈ ਕੇ ਦੱਸਾਂਗੀ, ਔਰ ਉਹਨਾਂ ਨੇ ਆਪਣਾ ਕਥਨੀ ਜਿਹੜੀ ਆ ਪੂਰੀ ਵੀ ਕੀਤੀ ਹੈ। 200 ਤੋਂ ਵੱਧ ਸੀਟਾਂ ਵੀ ਆਈਆਂ, ਜਦੋਂ ਕਿ ਸਾਰਾ ਮੀਡੀਆ ਉਹਨਾਂ ਦੇ ਖਿਲਾਫ ਸੀ, ਔਰ ਮੀਡੀਆ ਜਿਹੜਾ ਖਾਸ ਕਰਕੇ ਗੋਦੀ ਮੀਡੀਆ ਜਿਨ੍ਹਾਂ ਨੂੰ ਕਹਿੰਦੇ, ਉਹ ਹਮੇਸ਼ਾ ਇਹੀ ਕਹਿੰਦਾ ਸੀਗਾ ਬਈ 200 ਤੋਂ ਵੱਧ ਸੀਟਾਂ ਜਿਹੜੀਆਂ ਉਹ ਆਪਣੇ ਬੀਜੇਪੀ ਲੈ ਕੇ ਜਾਏਗੀ। ਔਰ ਇਸੇ ਤਰ੍ਹਾਂ ਜਿਹੜੇ ਐਗਜ਼ਿਟ ਪੋਲ ਆਏ ਜਾਂ ਦੂਸਰੇ ਜੋ ਵੀ ਨਤੀਜੇ ਪਹਿਲੇ ਆਏ, ਨਤੀਜਿਆਂ ਤੋਂ ਪਹਿਲਾਂ ਜਿਹੜੇ ਨਤੀਜੇ ਆਏ, ਉਹਦੇ ਵਿੱਚ ਕਿਤੇ ਨਹੀਂ ਸੀ ਦੱਸਿਆ ਵੀ 200 ਸੀਟਾਂ TMC ਜਿੱਤ ਜਾਏਗੀ, ਲੇਕਿਨ TMC ਨੇ ਕ੍ਰਿਸ਼ਮਾ ਕੀਤਾ ਔਰ ਜਿੱਤ ਕੇ ਨਹੀਂ ਆਈ। ਮੈਂ ਇੱਕ ਗੱਲ ਹੋਰ ਕਰਾਂਗਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਉਹ ਹੁਣ ਕੇਂਦਰ ਸਰਕਾਰ ਵੱਲ ਨੂੰ, ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਨੂੰ ਕਿਤੇ ਨਜ਼ਰ ਤਾਂ ਨਹੀਂ ਹੋ ਸਕਦੀ, ਕਿਉਂਕਿ ਇੱਕ ਅਜਿਹੀ ਨੇਤਾ ਹੈ ਮੇਰੀ ਨਜ਼ਰ 'ਚ, ਜਾਂ ਅਸੀਂ ਸੋਚਦੇ ਹਾਂ ਕਿ ਇੱਕ ਅਜਿਹੀ ਨੇਤਾ ਹੈ ਜਿਸ ਦਾ ਹਰੇਕ ਨੇਤਾ ਦੇ ਨਾਲ ਚੰਗਾ ਸੰਬੰਧ ਹੈ, ਜਿਹੜਾ ਓਪੋਜੀਸ਼ਨ ਦੇ ਵਿੱਚ ਰਿਹਾ ਹੈ, ਚਾਹੇ ਪਾਰਟੀ ਦੇ ਵਿੱਚ ਰਿਹਾ ਹੈ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਚੌਟਾਲਾ ਪਰਿਵਾਰ ਹੋਵੇ, ਜਾਂ ਫਿਰ ਚਾਹੇ ਉਹ ਆਪਣੇ ਹੋਣ ਬਿਹਾਰ ਦੇ ਮੁੱਖ ਮੰਤਰੀ, ਤੇ ਚਾਹੇ ਉਹ ਹੋਣ ਯੂਪੀ ਦੇ ਵਿੱਚ ਯਾਦਵ ਪਰਿਵਾਰ। ਮਤਲਬ ਉਹਨਾਂ ਦਾ ਹਰੇਕ ਨਾਲ ਹੀ, ਇੱਥੋਂ ਤੱਕ ਕਿ ਉਹਨਾਂ ਦਾ ਭੈਣ ਮਾਇਆਵਤੀ ਨਾਲ ਵੀ ਚੰਗੇ ਸੰਬੰਧ ਰਹੇ। ਮਤਲਬ ਉਹ ਕਿਤੇ ਤੁਸੀਂ ਇਹ ਨਹੀਂ ਸਮਝਦੇ ਵੀ ਉਹ ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਆ ਸਕਦੇ ਆ ਵੀ ਉਹ ਇੱਕ ਐਸਾ ਤੀਜਾ ਫਰੰਟ ਕਾਇਮ ਕਰਨ, ਕਿਉਂਕਿ ਕਾਂਗਰਸ ਦੀ ਜ਼ਰੂਰਤ ਹੈ, ਕਾਂਗਰਸ ਦੀ ਸਥਿਤੀ ਮਾੜੀ ਹੈ। ਕਾਂਗਰਸ ਅਗਰ ਸੋਚੋ ਵੀ ਇਕੱਲੇ ਤੌਰ ਦੇ ਉੱਤੇ ਜਾਂ ਕੁਝ ਪਾਰਟੀਆਂ ਲੈ ਕੇ ਬੀਜੇਪੀ ਮੇਰੀ ਅੱਜ ਦੀ ਡੇਟ ਦੇ ਵਿੱਚ ਮੁਕਾਬਲਾ ਕਰ ਸਕਦੀ, ਨਹੀਂ ਕਰ ਸਕਦੀ, ਤਾਂ ਤੁਸੀਂ ਨਹੀਂ ਸਮਝਦੇ ਵੀ ਕਿਤੇ ਨਾ ਕਿਤੇ ਉਹ ਕੇਂਦਰ ਵੱਲ, ਉਹਦੇ ਵੱਲ ਕੇਂਦਰ ਵੱਲ ਉਹ ਵੀ ਦੇਖ ਰਿਹਾ, ਔਰ ਬਾਕੀ ਵੀ ਸਾਰੇ ਜਿਹੜੇ ਹਿੰਦੁਸਤਾਨ ਦੇ ਅਜਿਹੇ ਲੀਡਰ ਹੈ ਉਹਨਾਂ ਵੱਲ ਹੁਣ ਕੇਂਦਰ ਨੇਤਰਤਵ ਦੇਣ ਲਈ ਦੇਖ ਰਹੇ। ਦੇਖੋ, ਆਪੋਜੀਸ਼ਨ ਨੂੰ ਇਸ ਵੇਲੇ ਲੀਡਰ ਦੀ ਜ਼ਰੂਰਤ ਹੈ, ਕੋਈ ਨਾ ਕੋਈ ਚਿਹਰਾ, ਕਿਉਂਕਿ ਜਿਹੜੇ ਹੁਣ ਇਲੈਕਸ਼ਨ ਲੜੇ ਜਾਂਦੇ ਆ ਉਹ ਚਿਹਰੇ ਦੇ ਆਧਾਰ ਤੇ ਲੜੇ ਜਾਂਦੇ ਆ ਕਿ ਤੁਹਾਡਾ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਏਗਾ ਜਾਂ ਤੁਹਾਡਾ ਲੀਡਰ ਕੌਣ ਹੈ। ਸੋ ਆਪੋਜੀਸ਼ਨ ਨੂੰ ਇੱਕ ਚਿਹਰੇ ਦੀ ਲੋੜ ਹੈ, ਤੇ ਮਮਤਾ ਬੈਨਰਜੀ ਜਿਹੜਾ ਹੈ ਉਹ ਕਮੀ ਜਾਂ ਉਹ ਜ਼ਰੂਰਤ ਜਿਹੜੀ ਹੈ ਉਹ ਪੂਰੀ ਕਰ ਸਕਦੀ ਹੈ। ਮਮਤਾ ਬੈਨਰਜੀ ਇਸ ਵੇਲੇ ਇਹਨਾਂ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਉਸ ਸਥਿਤੀ 'ਚ ਪਹੁੰਚ ਗਈ ਹੈ, ਕਿਉਂਕਿ ਹੋਰ ਤਾਂ ਕੋਈ ਲੀਡਰ ਨਹੀਂ ਤੁਹਾਡੀ ਨਜ਼ਰ 'ਚ ਹੈ, ਕੋਈ ਹੋਰ ਲੀਡਰ ਜਿਹੜਾ ਕਿ ਆਪੋਜੀਸ਼ਨ ਦੇ, ਯੂਨਾਈਟਿਡ ਆਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਉੱਭਰ ਸਕਦਾ। ਸ਼ਰਦ ਪਵਾਰ ਹੈ, ਉਹ ਇਸ ਵੇਲੇ ਸਥਿਤੀ ਉਹਨਾਂ ਦੀ ਜਿਹੜੀ ਹੈ ਉਹ ਬਿਮਾਰ ਰਹਿੰਦੇ, ਇਹ ਪੱਖੋਂ ਠੀਕ ਨਹੀਂ ਹੈ, ਬਿਮਾਰ ਹੈ। ਜੇ ਸਮਾਜਵਾਦੀ ਪਾਰਟੀ ਦੀ ਹਾਲਤ ਜਿਹੜੀ ਹੈ ਉਹ ਯੂਪੀ 'ਚ ਖਰਾਬ ਹੈ, ਉਹ ਆਪਣੇ ਉਹਨਾਂ ਨੂੰ ਆਧਾਰ ਬਚਾਉਣਾ ਜਿਹੜਾ ਔਖਾ ਹੋਇਆ ਹੈ। ਇਹੀ ਹਾਲਾਤ ਮਾਇਆਵਤੀ ਦੀ ਹੈ। ਇਸ ਵੇਲੇ ਮਮਤਾ ਬੈਨਰਜੀ ਜਿਹੜੀ ਹੈ ਉਹ ਫੋਕਸ 'ਚ ਹੈ, ਤੇ ਯੂਨਾਈਟਿਡ ਆਪੋਜੀਸ਼ਨ ਨੂੰ ਜ਼ਰੂਰਤ ਵੀ ਹੈ। ਹੁਣ ਤੁਹਾਡੀ ਇਹ ਗੱਲ ਠੀਕ ਹੈ ਕਿ ਸਭ ਤੋਂ ਵੱਧ ਨਿਰਭਰ ਕਰਦਾ ਹੈ ਕਾਂਗਰਸ ਤੇ, ਕਿ ਕਾਂਗਰਸ ਕੀ ਅਪਰੋਚ ਅਪਣਾਉਂਦੀ ਹੈ। ਕੀ ਰਾਹੁਲ ਗਾਂਧੀ ਜਾਂ ਕਾਂਗਰਸ ਹਾਈਕਮਾਨ ਇਸ ਗੱਲ ਲਈ ਤਿਆਰ ਹੈ ਕਿ ਨੈਕਸਟ ਲੀਡਰ ਦੇ ਤੌਰ ਤੇ ਅਸੀਂ ਕਿਸੇ ਰੀਜਨਲ ਲੀਡਰ ਨੂੰ ਉਸ ਫਰੰਟ ਦੇ ਲੀਡਰ ਦੇ ਤੌਰ ਤੇ ਉਭਾਰੀਏ, ਕਿ ਤੁਸੀਂ ਆਪਣੀ ਪੋਜੀਸ਼ਨ ਕਿੰਨੀ ਕਾਂਗਰਸ ਛੱਡਣ ਲਈ ਤਿਆਰ ਹੈ, ਜਾਂ ਸਿਰਫ ਤੁਸੀਂ ਰਾਹੁਲ ਗਾਂਧੀ ਨੂੰ ਹੀ ਪ੍ਰੋਜੈਕਟ ਕਰਨਾ ਹੈ, ਜਾਂ ਗਾਂਧੀ ਪਰਿਵਾਰ ਦੇ ਹੀ ਕਿਸੇ ਵਿਅਕਤੀ ਨੂੰ ਪ੍ਰੋਜੈਕਟ ਕਰਨਾ ਹੈ। ਆਉਣ ਵਾਲੇ ਸਮੇਂ 'ਚ ਇਸ ਗੱਲ ਤੇ ਬੜਾ ਨਿਰਭਰ ਕਰੇਗਾ, ਤੇ ਮੈਨੂੰ ਇਹ ਲੱਗਦਾ ਵੀ ਹੈ ਕਿ ਹੁਣ ਕਾਂਗਰਸ ਦੇ ਅੰਦਰ ਤੋਂ ਵੀ ਆਵਾਜ਼ਾਂ ਆਉਣਗੀਆਂ ਕਿ ਤੁਹਾਨੂੰ ਪਾਰਟੀ ਦੀਆਂ ਨੀਤੀਆਂ 'ਚ, ਉਹਦੇ ਕੰਮਕਾਜ ਕਰਨ ਦੇ ਤਰੀਕੇ 'ਚ ਤੇ ਲੀਡਰਸ਼ਿਪ 'ਚ ਤਬਦੀਲੀ ਦੀ ਜ਼ਰੂਰਤ ਹੈ। ਮਤਲਬ ਕੌਮੀ ਪੱਧਰ ਤੇ ਇਹ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਫਰਕ ਆਏਗਾ ਇਹਨਾਂ ਚੋਣਾਂ ਦੇ ਨਤੀਜਿਆਂ ਦਾ। ਬਿਲਕੁਲ ਆਏਗਾ ਜੀ। ਹੁਣ ਇਹ ਲੱਗਣ ਲੱਗ ਪਿਆ ਕਿ ਮੋਦੀ ਸ਼ਾਹ ਦੀ ਜਿਹੜੀ ਜੋੜੀ ਹੈ, ਜਿਹਨੂੰ ਇਨਵਿੰਸੀਬਲ ਕਿਹਾ ਜਾਂਦਾ ਸੀ ਕਿ ਇਹਨਾਂ ਦਾ ਰੱਥ ਕੋਈ ਰੋਕ ਨਹੀਂ ਸਕਦਾ, ਇਹ ਰੋਕਿਆ ਜਾ ਸਕਦਾ ਹੈ। ਕਿਹਾ ਜਾਂਦਾ ਸੀ ਕਿ ਬਹੁਤ ਵੱਡੇ ਸਟ੍ਰੈਟੇਜਿਸਟ ਹੈ, ਪਰ ਜੇ ਤੁਸੀਂ ਸਹੀ ਅਪਰੋਚ ਅਪਣਾਓ ਤਾਂ ਇਹ ਰੱਥ ਜਿਹੜਾ ਹੈ ਰੋਕਿਆ ਜਾ ਸਕਦਾ ਹੈ, ਬਸ਼ਰਤੇ ਕਿ ਤੁਹਾਡੇ ਕੋਲ ਜਿਹੜੀ ਹੈ ਅਪਰੋਚ ਸਹੀ ਹੋਵੇ, ਲੜਨ ਦਾ ਤਰੀਕਾ ਸਹੀ ਹੋਵੇ। ਅਖੀਰ ਦੇ ਵਿੱਚ ਤੁਹਾਡੇ ਕੋਲ ਪੁੱਛਿਆ ਵੀ ਜਿਹੜੇ ਕਾਮਰੇਡਾਂ ਦੀ ਸਥਿਤੀ ਕੀ ਹੋ ਰਿਹਾ ਜੀ ਇਸ ਉਹਦੇ ਵਿੱਚ, ਕਿਉਂਕਿ ਕਾਮਰੇਡ ਜਿਹੜੇ ਹੈ, ਹਾਲਾਂਕਿ ਤੁਸੀਂ ਕਾਫੀ ਸਪਸ਼ਟ ਕਰ ਦਿੱਤਾ ਵੀ ਕਿਤੇ ਨਾ ਕਿਤੇ ਸਥਾਨਕ ਕਾਮਰੇਡ ਹੈ, ਜੇ ਕੋਈ ਕੰਮ ਕਰਦਾ ਹੈ ਤਾਂ ਉਹ ਜਿੱਤਦਾ ਵੀ ਹੈ, ਜਿੱਤੇ ਵੀ ਹੈ ਜਿਹੜੇ। ਲੇਕਿਨ ਮੈਂ ਵੈਸਟ ਬੰਗਾਲ ਦੀ ਗੱਲ ਕਰਾਂਗਾ, ਕਾਮਰੇਡ ਜਿਨ੍ਹਾਂ ਨੇ ਕਹਿੰਦੇ 25-30 ਸਾਲ ਲਗਾਤਾਰ ਰਾਜ ਕੀਤਾ ਉੱਤੇ, ਅੱਜ ਉਹ ਜ਼ੀਰੋ ਦੇ ਉੱਤੇ ਆ ਗਏ। ਅੰਦਾੜਾ ਜੀ, ਕਮਿਊਨਿਸਟਾਂ ਦਾ ਗ੍ਰਾਫ ਵੀ, ਜਿੱਦਾਂ ਅਸੀਂ ਗੱਲ ਪਹਿਲਾਂ ਕਾਂਗਰਸ ਦੀ ਕੀਤੀ ਹੈ, ਉਹਦੇ ਮੁਤਾਬਕ ਜਿਹੜਾ ਹੈ ਲਗਾਤਾਰ ਹੇਠਾਂ ਜਾ ਰਿਹਾ। ਕਮਿਊਨਿਸਟ ਕਿਸੇ ਸਮੇਂ ਕੇਂਦਰ 'ਚ ਵੀ ਜਿਹੜੇ ਹੈ ਉਹ ਸਸ਼ਕਤ ਸਨ, ਬਿਲਕੁਲ ਉਹਨਾਂ ਦੀ ਤੂਤੀ ਬੋਲਦੀ ਸੀ। ਜਦੋਂ ਜਿਹੜੀ ਹੈ ਨੈਸ਼ਨਲ ਫਰੰਟ ਦੀ ਸਰਕਾਰ ਸੀ, ਦੇਵੇ ਗੌੜਾ ਦੀ ਸਰਕਾਰ ਸੀ, ਉਹ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਦੀ ਸਰਕਾਰ ਸੀ, ਕਮਿਊਨਿਸਟਾਂ ਦਾ ਕਾਫੀ ਉਹਦੇ 'ਚ ਜਿਹੜਾ ਹੈ ਉਹ ਰੋਲ ਅਹਿਮ ਹੁੰਦਾ ਸੀ, ਉਹਨਾਂ ਦੇ ਮੰਤਰੀ ਵੀ ਸੀ। ਪਰ ਅਗਲੀਆਂ ਚੋਣਾਂ ਜਿੱਦਾਂ ਜਿੱਦਾਂ ਪਾਰਲੀਮੈਂਟ ਦੀਆਂ ਹੋਈਆਂ, ਕਮਿਊਨਿਸਟਾਂ ਦੀ ਗਿਣਤੀ ਘਟਦੀ ਗਈ। ਉਹਦੇ ਬਹੁਤ ਸਾਰੇ ਕਾਰਨ ਹੈ। ਸਟੇਟਾਂ 'ਚ ਵੀ, ਬੰਗਾਲ 'ਚ ਵੀ ਕਮਿਊਨਿਸਟਾਂ ਨੇ 25 ਸਾਲ ਲਗਾਤਾਰ ਪਹਿਲਾਂ ਰਾਜ ਕੀਤਾ। ਜੋਤੀ ਬਸੂ ਮੁੱਖ ਮੰਤਰੀ ਰਹੇ, ਉਹ ਤੋਂ ਬਾਅਦ ਜੋਤੀ ਬਸੂ ਨੂੰ ਪ੍ਰਧਾਨ ਮੰਤਰੀ ਬਣਨ ਦਾ ਵੀ ਮੌਕਾ ਨੈਸ਼ਨਲ ਫਰੰਟ ਦੀ ਸਰਕਾਰ 'ਚ ਮਿਲਿਆ, ਪਰ ਕਾਮਰੇਡਾਂ ਨੇ ਉਹ ਜਿਹੜਾ ਹੈ ਮੌਕਾ ਲਿਆ ਨਹੀਂ, ਉਹਨਾਂ ਨੇ ਮਨਾ ਕਰਤਾ। ਕੇਰਲਾ 'ਚ ਵੀ ਸਰਕਾਰ ਜਿਹੜੀ ਹੈ, ਸਭ ਤੋਂ ਪਹਿਲਾਂ ਜੇ ਦੇਸ਼ 'ਚ ਕਿਸੇ ਆਪੋਜੀਸ਼ਨ ਪਾਰਟੀ ਦੀ ਸਰਕਾਰ ਬਣੀ ਸੀ ਜਾਂ ਕਮਿਊਨਿਸਟਾਂ ਦੀ ਕਿਸੇ ਇਲੈਕਟੋਰਲ ਪ੍ਰੋਸੈਸ ਨਾਲ, ਚੋਣ ਰਾਜਨੀਤੀ ਨਾਲ ਸਰਕਾਰ ਬਣੀ ਸੀ, ਤਾਂ ਉਹ ਕੇਰਲਾ 'ਚ ਬਣੀ ਸੀ। ਜਦੋਂ EMS ਨਬੂਦਰੀਪਾਲ ਜਿਹੜੇ ਹੈ ਉਹਦੇ ਚੀਫ ਮਿਨਿਸਟਰ ਬਣੇ ਸੀ, ਭਾਵੇਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ
ਉਹ ਸਰਕਾਰ ਜਿਹੜੀ ਹੈ ਰਾਸ਼ਟਰਪਤੀ ਸ਼ਾਸਨ ਲਾ ਕੇ ਭੰਗ ਕਰ ਦਿੱਤੀ ਸੀ। ਇਹ ਤੋਂ ਇਲਾਵਾ ਤ੍ਰਿਪੁਰਾ ਇੱਕ ਸਟੇਟ ਹੈ ਨਾਰਥ ਈਸਟ 'ਚ, ਜਿਹਦੇ 'ਚ ਕਮਿਊਨਿਸਟਾਂ ਦਾ ਕਦੇ ਜਿਹੜਾ ਹੈ ਉਹ ਦਬਦਬਾ ਹੋਇਆ ਕਰਦਾ ਸੀ ਜੀ। ਪਰ ਅੱਜ ਇਹ ਦੋ ਸਟੇਟਸ ਜਿਹੜੀਆਂ ਤ੍ਰਿਪੁਰਾ ਤੇ ਬੰਗਾਲ, ਇਹ ਕਮਿਊਨਿਸਟਾਂ ਦੇ ਹੱਥਾਂ ਤੋਂ ਲਗਭਗ ਚਲੀ ਗਈਆਂ। ਮੈਨੂੰ ਨਹੀਂ ਲੱਗਦਾ ਕਿ ਕਮਿਊਨਿਸਟਾਂ ਦੀ ਸਥਿਤੀ ਇਸ ਵੇਲੇ ਜਿਹੜੀ ਬੰਗਾਲ 'ਚ ਹੈ ਉਹ ਕਦੇ ਉਸ ਪੋਜੀਸ਼ਨ 'ਚ ਆਉਣ ਲਈ ਉਹਨਾਂ ਨੂੰ ਬੜਾ ਸਮਾਂ ਲੱਗੇਗਾ ਜੀ। ਕਿਉਂਕਿ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਇਸ ਵੇਲੇ ਬੀਜੇਪੀ ਨੇ ਬਣ ਗਈ ਹੈ। ਹੁਣ ਜੇ ਬੰਗਾਲ 'ਚ ਕਿਸੇ ਨੂੰ ਲੱਗਦਾ ਕਿ ਆਪੋਜੀਸ਼ਨ ਸਪੇਸ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਕੇਡਰ ਜਿਹੜਾ ਉੱਧਰ ਨੂੰ ਸ਼ਿਫਟ ਹੋ ਰਿਹਾ। ਬਿਲਕੁਲ। ਹਾਂ, ਕੇਰਲਾ 'ਚ ਜਿਹੜਾ ਹੈ ਉਹ ਕਮਿਊਨਿਸਟਾਂ ਦਾ ਥੋੜਾ ਦਬਦਬਾ ਅਜੇ ਹੈਗਾ, ਪਰ ਇਸ ਵਾਰ ਜਿਹੜਾ ਹੈ ਕਿਉਂਕਿ ਉਹਨਾਂ ਨੇ ਦੁਬਾਰਾ ਸੱਤਾ ਜਿਹੜੀ ਹੈ ਉਹ ਹਥਿਆ ਲਈ ਹੈ, ਪਰ ਕਮਿਊਨਿਸਟਾਂ ਨੂੰ ਵੀ ਆਪਣੀ ਜਿਹੜੀ ਰਾਜਨੀਤੀ ਹੈ ਉਹਨੂੰ ਰੀਥਿੰਕ ਕਰਨ ਦੀ ਜ਼ਰੂਰਤ ਹੈ। ਬਿਲਕੁਲ। ਆਪਣੇ ਆਪ ਨੂੰ ਜਿਹੜਾ ਅਲਟਰਾ ਲੈਫਟ ਹੈ ਉਹਨਾਂ ਨੇ ਚਲੋ ਜਿਹੜੇ ਨੈਕਸਲਾਈਟ ਹੈ ਉਹਨਾਂ ਨਾਲੋਂ ਬਹੁਤ ਪਹਿਲਾਂ ਤੋੜ ਵਿਛੋੜਾ ਕਰ ਲਿਆ ਹੈ, ਪਰ ਹਜੇ ਵੀ ਚੋਣ ਰਾਜਨੀਤੀ 'ਚ ਜਿਹੜਾ ਹੈ ਅਸੀਂ ਦੇਖਿਆ ਆਮ ਆਦਮੀ ਪਾਰਟੀ ਦਾ ਉਭਾਰ ਕਦੋਂ ਹੋਇਆ, ਕਦੋਂ ਉਹਨਾਂ ਨੇ ਦਿੱਲੀ 'ਚ ਸੱਤਾ ਵੀ ਪ੍ਰਾਪਤ ਕਰ ਲਈ। ਅੱਜ ਪੰਜਾਬ 'ਚ ਵੀ ਇੱਕ ਤਰ੍ਹਾਂ ਦੀ ਆਪੋਜੀਸ਼ਨ ਪਾਰਟੀ ਹੈ। ਕਮਿਊਨਿਸਟ ਜਿਨ੍ਹਾਂ ਕੋਲ ਕਮਿਟਡ ਕੈਡਰ ਹੈ, ਇੱਕ ਆਈਡੀਓਲੋਜੀ ਹੈ, ਪੈਨ ਇੰਡੀਆ ਪ੍ਰੈਜ਼ੈਂਸ ਹੈ, ਉਹ ਕਦੇ ਇਸ ਮੁਕਾਮ ਤੇ ਨਹੀਂ ਪਹੁੰਚ ਸਕੇ ਕਿ ਉਹ ਰਾਸ਼ਟਰੀ ਪੱਧਰ ਤੇ ਜਿਹੜਾ ਹੈ ਉਹ ਕੋਈ ਸੱਤਾ ਹਥਿਆ ਸਕਣ। ਭਾਵੇਂ ਕਿ ਜੋਤੀ ਬਸੂ ਨੂੰ ਇੱਕ ਵਾਰ ਮੌਕਾ ਮਿਲਿਆ ਸੀ ਬਿਲਕੁਲ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਜਾਓ, ਉਹਨਾਂ ਦੀ ਜਿਹੜੀ ਹੈ ਪੋਲਿਟ ਬਿਊਰੋ ਨੇ ਰੱਦ ਕਰ ਦਿੱਤਾ ਸੀ। ਸੋ ਕਮਿਊਨਿਸਟਾਂ ਲਈ ਵੀ ਇਹ ਵਿਚਾਰਨ ਦੀ ਘੜੀ ਹੈ ਕਿ ਕਿਉਂ ਲਗਾਤਾਰ ਉਹਨਾਂ ਦਾ ਗ੍ਰਾਫ ਹੇਠਾਂ ਜਾ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਰਕ ਪਏਗਾ ਇਸ ਪੂਰੀ ਸਿਆਸਤ ਦੇ ਵਿੱਚ, ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਫਿਲਹਾਲ ਦੀਦੀ ਮਮਤਾ ਬੈਨਰਜੀ ਨੇ ਆਪ ਚੋਣ ਹਾਰ ਕੇ ਵੀ ਬੰਗਾਲ ਨੂੰ ਜਿੱਤ ਲਿਆ ਹੈ ਤੇ ਪੂਰੇ ਭਾਰਤ ਦੇ ਵਿੱਚ ਜਿਹੜੇ ਭਾਜਪਾ ਵਿਰੋਧੀ ਨੇ ਉਹਨਾਂ ਦਾ ਦਿਲ ਵੀ ਜਿੱਤ ਲਿਆ ਹੈ। ਇਸ ਦਿਲ ਜਿੱਤਣ ਦੇ ਵਿੱਚ ਕਿੰਨਾ ਕੁ ਉਹ ਲਗਾਤਾਰ ਕਾਮਯਾਬ ਰਹਿਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਸਮਾਂ ਹੀ ਦੱਸੇਗਾ ਕਿ ਜਿਹੜੇ ਨੇਤਾਵਾਂ ਨੇ ਜੋ ਚੋਣ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਤੇ ਉਹ ਕਿੰਨੇ ਵਫਾ ਹੁੰਦੇ ਨੇ। ਲੇਕਿਨ ਫਿਲਹਾਲ ਅੱਜ ਦੀ ਤਾਰੀਖ ਦੇ ਵਿੱਚ ਜਿਹੜੀ ਪਾਰਟੀ ਵੀ ਜਿੱਤੀ ਹੈ ਉਹ ਵਧਾਈ ਦੀ ਪਾਤਰ ਜ਼ਰੂਰ ਬਣਦੀ ਹੈ। ਸੋ ਰਾਣਾ ਜੀ ਤੁਹਾਡਾ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਹੁਣ ਲੈਂਦੇ ਆ ਗਿਆ, ਪਰ ਜਾਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਕਿ SDTV ਪ੍ਰਾਈਮ ਨੂੰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ SDTV ਪ੍ਰਾਈਮ ਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਹੁਣ ਦਿਓ ਆ ਗਿਆ। ਨਮਸਕਾਰ।